मैं हाँ चंचल मनोहर सिंह। तुसी देख रहे हो यूट्यूब चैनल ਅੰਮ੍ਰਿਤ ਪ੍ਰਸਾਦ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਚਰਚਾ ਕਰਾਂਗੇ ਸਿਮਰਨਜੀਤ ਸਿੰਘ ਮਾਨ ਦੀ ਸੰਗਰੂਰ ਬਾਈ ਇਲੈਕਸ਼ਨ ਵਿੱਚ ਜਿੱਤ ਤੇ ਉਸ ਦਾ ਸਾਰੇ ਦੇਸ਼ ਵਿੱਚ ਪਿਆ ਪ੍ਰਭਾਵ। ਗੋਦੀ ਮੀਡੀਆ ਉਸ ਨੂੰ ਖਾਲਿਸਤਾਨੀ ਬਣਾ ਰਿਹਾ ਕਿ ਪੰਜਾਬ ਵਿੱਚ ਫਿਰ ਖਾਲਿਸਤਾਨੀ ਆ ਗਏ। ਮੈਨੂੰ ਤੇ ਉਸ ਵੇਲੇ ਵੀ ਹੈਰਾਨਗੀ ਹੋਈ ਜਿਸ ਵੇਲੇ ਪੰਜਾਬ ਦਾ ਇੱਕ ਬਹੁਤ ਵੱਡੀ ਅੰਗਰੇਜ਼ੀ ਅਖਬਾਰ ਦਾ ਰਹਿ ਚੁੱਕਾ ਐਡੀਟਰ ਉਸ ਨੇ ਆਪਣੇ ਪੋਡਕਾਸਟ ਵਿੱਚ ਸਿਮਰਨਜੀਤ ਸਿੰਘ ਨੂੰ ਅਜੀਬ ਕਿਸਮ ਦਾ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿਮਰਨਜੀਤ ਸਿੰਘ ਦੀ ਜਿੱਤ ਨਾਲ ਪੰਜਾਬ ਵਿੱਚ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਹ ਮੁੜ ਇਕੱਠੀ ਹੋ ਜਾਏ, ਮੁੜ ਉੱਭਰ ਆਏ। ਇਹ ਜਿਹੜਾ ਝੂਠਾ ਪ੍ਰਚਾਰ ਸਿੱਖ ਨੇਤਾਵਾਂ ਦੇ ਵਿਰੁੱਧ ਸ਼ੁਰੂ ਹੁੰਦਾ, ਇਸ ਦਾ ਕਾਰਨ ਇਹ ਹੈ ਕਿ ਦੇਸ਼ ਵਿੱਚ ਹਿੰਦੂਤਵਾਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ, ਉਹਨਾਂ ਦੇ ਪਿਆਦੇ ਨੌਕਰ ਥਾਂ ਬੈਠੇ ਹੋਏ। ਉਹ ਮੀਡੀਆ ਦੀਆਂ ਛੋਟੀ ਤੋਂ ਛੋਟੀ ਕੁਰਸੀ ਤੋਂ ਲੈ ਕੇ ਐਡੀਟਰ ਲੈਵਲ ਦੀ ਕੁਰਸੀ ਤੱਕ ਬੈਠੇ। ਉਹਨਾਂ ਦਾ ਕੰਮ ਪੰਜਾਬ ਤੇ ਸਿੱਖਾਂ ਨੂੰ ਭੰਡਣ ਤੋਂ ਸਿਵਾ ਹੋਰ ਕੁਝ ਨਹੀਂ। ਹਾਲਾਂਕਿ ਸਿੱਖਾਂ ਦੀਆਂ ਹਿੰਦੁਸਤਾਨ ਦੀ ਫੌਜ ਵਿੱਚ ਦਿੱਤੀਆਂ ਹੋਈਆਂ ਸ਼ਹੀਦੀਆਂ ਜਾਂ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਹੋਈਆਂ ਸ਼ਹੀਦਾਂ ਦਾ ਮੁਕਾਬਲਾ ਨਾ ਤੇ ਗੁਜਰਾਤੀ ਕਰ ਸਕਦੇ ਹਨ, ਨਾ ਹੀ ਹੋਰ ਬਹੁਤ ਸਾਰੀਆਂ ਸਟੇਟਾਂ ਜਿਨ੍ਹਾਂ ਨੇ ਕਦੀ ਸ਼ਹੀਦੀਆਂ ਦੇਣ ਦਾ ਮਨ ਹੀ ਨਹੀਂ ਬਣਾਇਆ, ਜਿਨ੍ਹਾਂ ਕੋਲ ਸ਼ਹੀਦੀਆਂ ਦੇਣ ਦੀ ਪਰੰਪਰਾ ਹੀ ਨਹੀਂ। ਫਿਰ ਇਹ ਇਵੇਂ ਕਿਉਂ ਕੀਤਾ ਜਾਂਦਾ? ਮੈਂ ਇਹ ਦੱਸਣਾ ਚਾਹੁੰਦਾ ਕਿ 77 ਸਾਲ ਦੇ ਸਿਮਰਨਜੀਤ ਸਿੰਘ ਮਾਨ 22 ਸਾਲ ਬਾਅਦ ਮੁੜ ਕੋਈ ਇਲੈਕਸ਼ਨ ਜਿੱਤੇ ਹਨ। ਪੰਜਾਬ ਵਿੱਚ ਜਿੰਨੀਆਂ ਵੀ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਇਸ 22 ਸਾਲ ਦੌਰਾਨ, ਉਹਨਾਂ ਸਾਰੀਆਂ ਵਿੱਚ ਉਹਨਾਂ ਨੇ ਨਾਮੀਨੇਸ਼ਨ ਭਰੇ ਤੇ ਹਾਰ ਦਾ ਮੂੰਹ ਦੇਖਿਆ। ਫਿਰ ਉਹਨਾਂ ਨੇ ਜਿੰਨੀਆਂ ਵੀ ਪੰਜਾਬ ਅਸੈਂਬਲੀ ਦੀਆਂ ਇਲੈਕਸ਼ਨ ਹੋਈਆਂ, ਉਹਨਾਂ ਸਾਰੀਆਂ ਵਿੱਚ ਉਹਨਾਂ ਨੇ ਨਾਮੀਨੇਸ਼ਨ ਭਰਿਆ। ਕਿੱਥੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ, ਕਿੱਥੇ ਉਹਨਾਂ ਨੂੰ ਕੁਝ ਜ਼ਮਾਨਤ ਜ਼ਬਤ ਤੋਂ ਵੱਧ ਵੋਟਾਂ ਪੈ ਗਈਆਂ, ਕਦੀ ਉਹ ਦੂਜੇ ਨੰਬਰ 'ਤੇ ਆ ਗਏ। ਇਸ ਪ੍ਰਕਾਰ ਉਹ ਹੱਥ ਪੈਰ ਮਾਰਦੇ ਰਹੇ, ਉਹਨਾਂ ਨੇ ਆਪਣਾ ਹੱਥ ਨਹੀਂ ਛੱਡਿਆ। ਉਹਨਾਂ ਨੇ ਇਹ ਯਤਨ ਜਾਰੀ ਰੱਖੇ ਕਿ ਉਹਨਾਂ ਨੇ ਅਸੈਂਬਲੀ ਜਾਂ ਪਾਰਲੀਮੈਂਟ ਵਿੱਚ ਚੋਣ ਕਿਸੇ ਨਾ ਕਿਸੇ ਦਿਨ ਜਿੱਤਣੀ ਹੈ। ਇੱਕ ਕਹਾਣੀ ਹੈ ਕਿੰਗ ਬਰੂਸ ਐਂਡ ਸਪਾਈਡਰ ਵਾਲੀ। ਉਹ ਕਹਾਣੀ ਸਕੂਲਾਂ ਵਿੱਚ ਬੱਚਿਆਂ ਨੂੰ ਫੋਕ ਵਿਜ਼ਡਮ ਲਈ ਪੜ੍ਹਾਈ ਜਾਂਦੀ ਹੈ। ਸਾਨੂੰ ਵੀ ਪੜ੍ਹਾਈ ਗਈ ਸੀ, ਮੈਂ ਵੀ ਪੜ੍ਹੀ ਹੈ। ਹੋ ਸਕਦਾ ਹੈ ਤੁਸੀਂ ਵੀ ਉਸ ਕਹਾਣੀ ਪੜ੍ਹੀ ਹੋਵੇ ਜਾਂ ਤੁਹਾਡੇ ਟੀਚਰਾਂ ਨੇ ਤੁਹਾਡੇ ਹੌਸਲੇ ਬੁਲੰਦ ਕਰਨ ਲਈ ਤੁਹਾਨੂੰ ਉਹ ਕਹਾਣੀ ਸੁਣਾਈ ਹੋਵੇ। ਸੋ ਹਾਰ ਤੋਂ ਬਾਅਦ ਹਾਰ ਦਾ ਮੂੰਹ ਦੇਖਦੇ ਹੋਏ ਸਿਮਰਨਜੀਤ ਸਿੰਘ ਮਾਨ 22 ਇਲੈਕਸ਼ਨ ਸੰਗਰੂਰ ਵਿੱਚ ਵਿਜয়ੀ ਹੋ ਗਏ। ਉਹਨਾਂ ਨੇ ਦੇਸ਼ ਦੇ ਬਹੁਤ ਸਾਰੇ ਸਿਆਸਤਦਾਨਾਂ ਦੇ ਭਰਮ ਤੋੜੇ। ਉਹਨਾਂ ਨੇ ਸਭ ਤੋਂ ਵੱਡਾ ਭਰਮ ਆਮ ਆਦਮੀ ਪਾਰਟੀ ਦਾ ਤੋੜਿਆ। ਫਿਰ ਉਹਨਾਂ ਨੇ ਭਰਮ ਤੋੜਿਆ ਅਕਾਲੀ ਦਲ ਬਾਦਲ ਦਾ, ਜਿਹੜੀ ਆਪਣੇ ਆਪ ਨੂੰ ਪੰਥਕ ਕਹਾਉਂਦੀ ਹੈ, ਜਿਸ ਦੇ ਸਿਰ ਉੱਪਰ ਹੱਥ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਸ ਨੂੰ ਆਸ਼ੀਰਵਾਦ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ। ਉਹਨਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ।
ਸੋ ਹੁਣ ਸਾਡੇ ਕੋਲ ਜੋ ਜਿੱਤ ਕੇ ਸੰਗਰੂਰ ਤੋਂ ਨੇਤਾ ਜੀ ਆਏ ਹਨ, ਅਸੀਂ ਉਹਨਾਂ ਨੂੰ ਇੱਕ ਪੱਕੇ ਭਾਰਤੀ ਔਰ ਉਹਨਾਂ ਦਾ ਕੌਨਸਟੀਟਿਊਸ਼ਨ 'ਚ ਵਿਸ਼ਵਾਸ ਵਾਲੇ ਸਿੱਖ ਮੰਨ ਕੇ ਚੱਲਾਂਗੇ, ਕਿਉਂਕਿ ਉਹਨਾਂ ਨੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਭਾਰਤੀ ਕੌਨਸਟੀਟਿਊਸ਼ਨ ਹੇਠਾਂ ਹੀ ਲੜ ਕੇ ਜਿੱਤੀਆਂ। ਉਹਨਾਂ ਨੂੰ ਜਿੱਤ ਦਾ ਸਰਟੀਫਿਕੇਟ ਮਿਲ ਚੁੱਕਾ ਹੈ। ਹੁਣ ਉਹ ਕਿਸੇ ਦਿਨ ਵੀ ਸਪੀਕਰ ਪਾਰਲੀਮੈਂਟ ਉਹਨਾਂ ਨੂੰ ਓਥ ਦੇਣਗੇ। ਸਿਮਰਨਜੀਤ ਸਿੰਘ ਮਾਨ ਇੱਕੋ ਇੱਕ ਲੀਡਰ ਹਨ ਪੰਜਾਬ ਦੇ, ਜਿਨ੍ਹਾਂ ਨੂੰ ਹੁਣ ਅਸੀਂ ਕਹਿ ਸਕਦੇ ਹਾਂ ਕਿ ਇਹ ਪੰਥਕ ਲੀਡਰ ਹਨ, ਕਿਉਂਕਿ SGPC ਨੇ ਜਿਹੜੀ ਕਮੇਟੀ ਬਣਾਈ ਸੀ ਪੰਥਕ ਮਸਲਿਆਂ ਲਈ, ਉਸ ਵਿੱਚ ਸਿਮਰਨਜੀਤ ਸਿੰਘ ਮਾਨ ਜੀ ਨੂੰ ਵੀ ਸੱਦਿਆ ਗਿਆ ਸੀ ਤੇ ਉੱਥੇ ਪੰਥਕ ਮਸਲਿਆਂ ਲਈ ਸਾਂਝੀ ਲੜਾਈ ਲੜਨ ਲਈ ਫੈਸਲਾ ਲਿਆ ਗਿਆ ਸੀ। ਇਸ ਕਰਕੇ ਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਸਕਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਪੰਥਕ ਲੀਡਰ ਨਹੀਂ, ਨਾ ਹੀ ਅਕਾਲ ਤਖਤ ਤੋਂ ਕੋਈ ਇਹੋ ਜਿਹੀ ਵਿਚਾਰ ਪੇਸ਼ ਕੀਤਾ ਜਾ ਸਕਦਾ ਹੈ ਕਿ ਸਿਮਰਨਜੀਤ ਸਿੰਘ ਮਾਨ ਪੰਥਕ ਲੀਡਰ ਨਹੀਂ ਹਨ। ਹੁਣ ਪੰਥ ਦੇ ਮਸਲੇ ਇਸ ਵੇਲੇ ਜੋ ਬਹੁਤ ਜ਼ਿਆਦਾ ਜਿਹਦੇ ਬਾਰੇ ਗੱਲਬਾਤ ਹੋ ਰਹੀ ਹੈ, ਉਹ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ। ਕੋਈ 25 ਤੋਂ 30 ਸਿੰਘ ਪਿਛਲੇ 25-26 ਸਾਲ ਤੋਂ 30 ਸਾਲ ਤੋਂ ਜੇਲ੍ਹਾਂ ਵਿੱਚ ਹਨ। ਉਹਨਾਂ ਦੀਆਂ ਕੈਦਾਂ ਪੂਰੀਆਂ ਹੋ ਚੁੱਕੀਆਂ ਹਨ। ਉਹਨਾਂ ਨੂੰ ਰਿਹਾ ਕਰਾਉਣ ਦਾ ਮਸਲਾ, ਇਸੇ ਮਸਲੇ ਨੂੰ ਮੱਦੇਨਜ਼ਰ ਰੱਖ ਕੇ ਅਕਾਲੀ ਦਲ ਬਾਦਲ ਨੇ ਕਮਲਦੀਪ ਕੌਰ ਰਾਜੋਆਣਾ, ਜੋ ਕਿ ਬਲਵੰਤ ਸਿੰਘ ਰਾਜੋਆਣਾ ਦੀ ਦੂਰੋਂ ਪਾਰੋਂ ਭੈਣ ਲੱਗਦੀ ਹੈ, ਨੂੰ ਖੜਾ ਕੀਤਾ। ਪਰ ਉਹ ਇਹਨਾਂ ਚੋਣਾਂ ਵਿੱਚ ਜਿਹੜੀਆਂ ਮੁੱਖ 5 ਪਾਰਟੀਆਂ ਸੀ, ਉਹਨਾਂ ਵਿੱਚੋਂ ਪਾਰਟੀ ਆਈ ਹੈ। ਸੋ ਪੰਜਾਬ ਦੀ ਜਨਤਾ ਨੇ, ਮਾਲਵੇ ਦੇ ਲੋਕਾਂ ਨੇ ਉਸ ਨੂੰ ਇਸ ਲਈ ਨਹੀਂ ਰਿਜੈਕਟ ਕੀਤਾ ਕਿ ਉਹ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨਹੀਂ ਚਾਹੁੰਦੇ। ਉਸ ਨੂੰ ਇਸ ਲਈ ਰਿਜੈਕਟ ਕੀਤਾ ਕਿਉਂਕਿ ਉਹ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵੱਲੋਂ ਖੜੀ ਸੀ। ਸੁਖਬੀਰ ਬਾਦਲ ਇਸ ਵੇਲੇ ਪੰਜਾਬ ਵਿੱਚ ਪੰਜਾਬੀਆਂ ਵੱਲੋਂ, ਪੰਥਕ ਲੋਕਾਂ ਵੱਲੋਂ ਤੇ ਸਿੰਘਾਂ ਵੱਲੋਂ ਕੋਈ ਬਹੁਤੇ ਕਿਰਦਾਰ ਵਾਲਾ ਲੀਡਰ ਨਹੀਂ ਮੰਨਿਆ ਜਾਂਦਾ। ਇਸੇ ਕਰਕੇ ਅਸੈਂਬਲੀ ਚੋਣਾਂ 'ਚ ਹੁਣੇ ਉਹਦੀਆਂ 3 ਸੀਟਾਂ ਹੀ ਆਈਆਂ। ਜੇ ਅਸੀਂ ਸਿਮਰਨਜੀਤ ਸਿੰਘ ਮਾਨ ਦੇ ਕੈਰੀਅਰ 'ਤੇ ਨਜ਼ਰ ਮਾਰੀਏ ਤਾਂ ਉਹ ਪੜ੍ਹਾਈ ਲਿਖਾਈ 'ਚ ਬੜੇ ਇੰਟੈਲੀਜੈਂਟ ਸਨ। BA ਵਿੱਚ ਉਹਨਾਂ ਦਾ ਗੋਲਡ ਮੈਡਲ ਸੀ। ਉਹ ਪਹਿਲੇ ਹੀ ਐਗਜ਼ਾਮ ਵਿੱਚ IPS ਸੈਂਟਰਲ ਸਰਵਿਸਿਜ਼ ਵਿੱਚ ਪੁਲਿਸ ਵਿੱਚ ਸਿਲੈਕਟ ਹੋ ਗਏ ਔਰ ਉਹਨਾਂ ਨੇ ਪੰਜਾਬ ਦੇ ਕਈ ਡਿਸਟ੍ਰਿਕਟਸ ਵਿੱਚ SSP ਦਾ ਅਹੁਦਾ ਵੀ ਸੰਭਾਲਿਆ। ਔਰ ਜਦੋਂ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਸਨ, ਉਹਨਾਂ ਨੇ 7000 ਤੋਂ ਵੱਧ ਡਰੱਗ ਵੇਚਣ ਵਾਲਿਆਂ ਦੀ ਅਰੈਸਟ ਕੀਤੀ। ਔਰ ਇਹ ਜਿਹੜੀ ਪਾਕਿਸਤਾਨ ਵਾਲੀ ਸਾਈਡ ਤੋਂ, ਬਾਰਡਰ ਤੋਂ ਡਰੱਗ ਦੇ ਸਮਗਲਰ ਡਰੱਗ ਭੇਜਦੇ ਤੇ ਪੰਜਾਬ ਦੇ ਸਮਗਲਰ ਉਸ ਨੂੰ ਕੁਝ ਪੰਜਾਬ 'ਚ ਵੇਚਦੇ,
ਕੁਝ ਦੇਸ਼ ਦੇ ਹੋਰ ਹਿੱਸਿਆਂ 'ਚ ਸਪਲਾਈ ਕਰਦੇ। ਉਸ ਨੂੰ ਉਹਨਾਂ ਨੇ ਇੱਕ ਬੜੇ ਸ਼ਾਨਦਾਰ ਢੰਗ ਨਾਲ ਇੱਕ ਪ੍ਰੋਫੈਸ਼ਨਲ ਪੁਲਿਸਮੈਨ ਦੇ ਰੂਪ ਵਿੱਚ ਆਪਣੇ ਅਹੁਦੇ ਦੀ ਸਨਮਾਨ ਨੂੰ ਬਰਕਰਾਰ ਰੱਖ ਕੇ ਸੌਦੇਬਾਜ਼ੀ ਨਹੀਂ ਕੀਤੀ, ਬਲਕਿ ਚੱਕ ਕੇ ਉਹਨਾਂ ਨੂੰ ਜੇਲ੍ਹਾਂ 'ਚ ਪਾਇਆ। ਜਦੋਂ ਆਪਰੇਸ਼ਨ ਬਲੂ ਸਟਾਰ ਹੋਇਆ ਉਸ ਟਾਈਮ ਉਹ CISF 'ਚ ਬੰਬਈ ਵਿੱਚ, ਜਿਹਨੂੰ ਹੁਣ ਮੁੰਬਈ ਕਹਿੰਦੇ, ਉੱਥੇ ਪੋਸਟਡ ਸੀਗੇ। ਉਹਨਾਂ ਨੇ ਆਪਣੀ ਨੌਕਰੀ ਤੇ ਰੁਤਬੇ ਦੀ ਪਰਵਾਹ ਨਾ ਕਰਦਿਆਂ ਹੋਇਆਂ, ਆਪਣੇ ਕੈਰੀਅਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਆਪਰੇਸ਼ਨ ਬਲੂ ਸਟਾਰ ਜੋ ਜੂਨ 1984 ਵਿੱਚ ਹੋਇਆ, ਫੌਜ ਨੇ ਜਿਹੜਾ ਅਕਾਲ ਤਖਤ 'ਤੇ ਹਮਲਾ ਬੋਲਿਆ, ਉਹਦੇ ਵਿਰੁੱਧ ਉਹਨਾਂ ਨੇ ਰੋਸ ਪ੍ਰਗਟ ਕੀਤਾ। ਅਤੇ ਰੋਸ ਪ੍ਰਗਟ ਕਰਦੇ ਹੋਏ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਇੱਕ ਬੜੀ ਸਖਤ ਚਿੱਠੀ ਲਿਖੀ। ਉਸ ਸਮੇਂ ਦੇਸ਼ ਦੇ ਪ੍ਰੈਜ਼ੀਡੈਂਟ ਗਿਆਨੀ ਜੈਲ ਸਿੰਘ ਸਨ, ਅਤੇ ਉਹਨਾਂ ਨੇ ਆਪਣਾ ਪ੍ਰੋਟੈਸਟ ਬੜੇ ਸਖਤ ਅਤੇ ਕਰੜੇ ਸ਼ਬਦਾਂ 'ਚ ਦਰਜ ਕਰਾਇਆ ਗਿਆ। ਉਸ ਤੋਂ ਬਾਅਦ ਰਿਐਕਸ਼ਨ ਵਿੱਚ ਕੇਂਦਰ ਸਰਕਾਰ ਨੇ ਉਹਨਾਂ ਨੂੰ ਨੌਕਰੀ ਤੋਂ ਡਿਸਮਿਸ ਕਰਤਾ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਉਹ ਪਹਿਲਾਂ ਭਾਗਲਪੁਰ ਬਿਹਾਰ ਦੀ ਜੇਲ੍ਹ ਵਿੱਚ ਬੜਾ ਲੰਬਾ ਸਮਾਂ ਰਹੇ। ਉਸ ਤੋਂ ਬਾਅਦ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਗਿਆ ਰਾਜਸਥਾਨ ਦੀ ਜੇਲ੍ਹ ਵਿੱਚ, ਔਰ ਬੜੇ ਲੰਬੇ ਸਮੇਂ ਉਹਨਾਂ ਨੇ ਕੈਦ ਕੱਟੀ, ਕਿਉਂਕਿ ਉਹਨਾਂ ਨੇ ਜੀਵਨ ਵਿੱਚ ਇਸ ਤਰ੍ਹਾਂ ਦਾ ਰਹਿਣੀ ਬਹਿਣੀ ਕਦੀ ਦੇਖੀ ਨਹੀਂ ਸੀ ਜੋ ਜੇਲ੍ਹਾਂ 'ਚ ਹੁੰਦੀ ਹੈ। ਕਿਉਂਕਿ ਉਹਨਾਂ ਦੇ ਪਿਤਾ ਜੀ ਅਤੇ ਉਹਨਾਂ ਦਾ ਪਰਿਵਾਰ ਇੱਕ ਬੜਾ ਅਮੀਰ ਪਰਿਵਾਰ ਸੀਗਾ, ਅਤੇ ਉਹ ਬੜੇ ਅਮੀਰ ਪਰਿਵਾਰ ਵਿੱਚ ਬੜਾ ਸੁਖਾਵਾਂ ਜੀਵਨ ਉਹਨਾਂ ਨੇ ਜੀਆ। ਫਿਰ ਉਹ IPS ਭਰਤੀ ਹੋ ਗਏ। ਸੋ ਪੁਲਿਸ ਅਫਸਰਾਂ ਕੋਲ ਹਰ ਤਰ੍ਹਾਂ ਦੇ ਸੁੱਖ ਆਰਾਮ ਨੌਕਰੀ ਦੀ ਪਦਵੀ ਨਾਲ ਹੁੰਦੇ। ਉਹਨਾਂ ਨੇ ਜੇਲ੍ਹ ਵਿੱਚੋਂ ਬਾਹਰ ਆਉਣ ਲਈ ਕੋਈ ਕਿਸੇ ਕਿਸਮ ਦੀ ਮਾਫੀ ਮੰਗਣੀ ਜਾਂ ਕੋਈ ਲਿਖ ਕੇ ਦੇਣਾ ਜਾਂ ਕਿਸੇ ਨੂੰ ਅਪਰੋਚ ਕਰਨਾ ਬਿਲਕੁਲ ਵਾਜਬ ਨਹੀਂ ਸਮਝਿਆ। ਉਹ ਜੇਲ੍ਹ ਦੀਆਂ ਸਲਾਖਾਂ ਦੇ ਅੰਦਰ ਉਹਨਾਂ ਨੇ ਆਪਣਾ ਸਮਾਂ ਕੱਟਿਆ। ਜਦੋਂ ਉਹਨਾਂ ਦੀ ਰਿਹਾਈ ਹੋਈ ਤਾਂ ਉਹਨਾਂ ਨੇ 1999 ਦੀ ਇਲੈਕਸ਼ਨਾਂ ਵਿੱਚ ਨਾਮੀਨੇਸ਼ਨ ਭਰੇ। ਪੰਜਾਬ ਵਿੱਚ 13 ਸੀਟਾਂ ਵਿੱਚੋਂ ਸਭ ਤੋਂ ਵਾਧੂ ਵੋਟਾਂ ਦੇ ਮਾਰਜੇ ਨਾਲ ਉਹਨਾਂ ਨੇ ਉਹ ਸੀਟ ਜਿੱਤੀ। ਤਰਨਤਾਰਨ ਤੋਂ 5.5 ਲੱਖ ਵੋਟਾਂ ਦਾ ਅੰਤਰ ਸੀ। ਪਰ ਉਹਨਾਂ ਦਾ ਜਿਹੜੀ ਸਟਰਗਲ ਸੀ ਔਰ ਜਿਹੜੀ ਉਹਨਾਂ ਦੀ ਵਚਨਬੱਧਤਾ ਸੀਗੀ ਸਿੱਖ ਧਰਮ ਬਾਰੇ, ਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਕੌਮ ਨੂੰ, ਖਾਲਸੇ ਨੂੰ ਦਿੱਤੇ ਹੋਏ 5 ਨਿਸ਼ਾਨ, ਉਹਨਾਂ ਪ੍ਰਤੀ ਉਹ ਪੂਰੇ ਵਚਨਬੱਧ ਰਹੇ। ਉਹ ਹੱਥ ਵਿੱਚ ਲੰਬੀ ਕਿਰਪਾਨ ਫੜਦੇ ਸੀ, ਜਿਸ ਤਰ੍ਹਾਂ ਕਿ ਹੁਣ ਵੀ ਫੜਦੇ ਆ। ਉਹਨਾਂ ਨੂੰ ਉਸ ਕਿਰਪਾਨ ਨਾਲ ਪਾਰਲੀਮੈਂਟ ਵਿੱਚ ਦਾਖਲ ਨਾ ਹੋਣ ਦਿੱਤਾ ਗਿਆ, ਔਰ ਉਹਨਾਂ ਨੇ ਉਹ ਕਿਰਪਾਨ ਨੂੰ ਸਦਾ ਕੋਲ ਰੱਖਿਆ ਤੇ ਕਿਹਾ ਉਹ ਇਸ ਕਿਰਪਾਨ ਨਾਲ ਹੀ ਪਾਰਲੀਮੈਂਟ 'ਚ ਜਾਣ। ਇਸ ਤਰ੍ਹਾਂ ਕੋਈ 2 ਸਾਲ ਦਾ ਸਮਾਂ ਲੰਘ ਗਿਆ। ਉਸ ਤੋਂ ਬਾਅਦ ਉਹਨਾਂ ਨੇ ਪਾਰਲੀਮੈਂਟ ਤੋਂ ਪ੍ਰੋਟੈਸਟ ਵਿੱਚ ਰੈਜ਼ਿਗਨੇਸ਼ਨ ਭੇਜ ਦਿੱਤੀ। ਸੋ ਇੱਥੇ ਹੀ ਨਹੀਂ, ਫਿਰ ਉਹ ਸੰਗਰੂਰ ਤੋਂ ਇਲੈਕਸ਼ਨ ਜਿੱਤ ਗਏ। ਉਸ ਤੋਂ ਬਾਅਦ ਉਹ ਹੁਣ ਇਲੈਕਸ਼ਨ ਜਿੱਤੇ ਹਨ, ਔਰ ਉਹ ਆਪਣੀ ਵਿਚਾਰਧਾਰਾ ਵਿੱਚ ਬਿਲਕੁਲ ਕਲੀਅਰ ਹਨ। ਉਹ ਸਪਸ਼ਟ ਕਹਿੰਦੇ ਹਨ
कि सिखां नूं हले तक आज़ादी नहीं मिली। 1947 नाल देश की वंड होई। सिमरनजीत सिंह मान जी का कहना है कि मुसलमानों नूं पाकिस्तान मिल गया तो हिंदुआं नूं हिंदुस्तान मिल गया तो सिखां नूं खालिस्तान मिलना चाहिए। ये गल कोई वो लुक भी नहीं रखते। चोणां तो एक महीना पहला एक सैमीनार विच उन्होंने देश के प्राइम मिनिस्टर नरेंद्र मोदी और देश के होम मिनिस्टर अमित शाह जी नूं पटियाले विच होई जिहड़ी गड़बड़ सी, जिहदे पिछे सिंगले का हथ सी, उस उपर बड़ियां लानतां पाईयां। देश दीआं एजेंसियां दे नाम लैके उन्होंने कहा भी ये उन्हां दी कार्रवाई है। सो खालिस्तान दे वो पक्के हामी हन, इहदे तो बिल्कुल मनुकर नहीं होंदे। हुण भी वो कहंदे कि जितनी देर खालिस्तान नहीं बनता उतनी देर सिख आज़ाद नहीं, सिख गुलाम है। सो सिखां नूं गुलाम रखिया होया है केंद्र दी हिंदू सरकार ने, ते सिखां नूं वो आज़ादी नहीं दे रही। उन्हां दे इन्हां विचारां करके देश का मीडिया इस तरह तड़फ रहा है कि वो ये सिद्ध करना चाहता है कि मान दे आण नाल पंजाब विच खालिस्तान दी मूवमेंट दोबारा उभर के आएगी और बड़ा आने वाला समा जिहड़ा वो खतरनाक हो सकता है। पर मैनू पूरा विश्वास है कि पंजाब विच आने वाला समा अजिहा नहीं है। खालिस्तान दी मंग वाले सिखां दी गिनती बहुत मार्जिनल है, बहुत थोड़ी है। जेकर उन्हां दी गिनती बहुत ज़्यादा होंदी, पंजाब विच कदी भी 3 वारी कांग्रेस अपनी सरकार ना बना सके। सो हले भी कांग्रेस के MP ज़्यादा हैं पार्लीमेंट विच। हुण पार्लीमेंट विच श्रोमणी अकाली दल बादल के 2 MP सुखबीर बादल तो उन्हां दी पत्नी हरसिमरत कौर, ते तीसरे पंथक कैंडीडेट सिमरनजीत सिंह मान। सिमरनजीत सिंह मान नूं जो पंथक नेता होण दा रुतबा श्रोमणी गुरुद्वारा प्रबंधक कमेटी ने पिछले महीने ही दिता है कि SGPC वालों बनाई गई पंथक कमेटी जिहड़ी कि अकाल तख्त दे जथेदार साहब सरदार वीर सिंह जी दे कहण ते बनाई गई, उन्हां दे आदेशां नाल बनी, उहदे सिमरनजीत सिंह मान भी मैंबर सन। जिथे कि यह फैसला होया कि बंदी ਸਿੰਘਾਂ ਦੀ रिहाई लई असी सांझी लड़ाई लड़ांगे। पर जदों चोणां होईयां ते बंदी ਸਿੰਘਾਂ ਦੀ रिहाई दी पॉलिटिक्स नूं सुखबीर बादल वरत के ते अपनी पंथक वोटां विच थां बनाना चाहता सी। उसने सिख पंथ दी पंथक यूनिटी नूं तोड़िया और बलवंत सिंह राजोवाणा दी भैन अमनदीप कौर राजोवाणा नूं अकाली दल दा कैंडीडेट बना के नामीनेशन भराता। इस नाल जिहड़ी पंथक कमेटी बनी सी वो तो हुण खेरू खेरू ही होगी और जिहड़ा बंदी ਸਿੰਘਾਂ दा काज जिहड़ा उन्हां दी रिहाई लई अगों संघर्ष करना सी उसनूं भी बहुत गहरी सैट वजी। वो सट अकाली दल बादल दे मुखी सुखबीर बादल ने मारी ते बंदी ਸਿੰਘਾਂ दे परिवारां नूं भी उन्हें 2 हिस्सियां च वंड दिता, दुफाड़ करता। सो सिमरनजीत सिंह मान हुण पंथक मुद्दिआं नूं, पंजाब दे मुद्दिआं नूं, पंजाब दे पाणीआं दे मुद्दिआं नूं, चंडीगढ़ दे राजधानी पंजाब नूं दिवाण दे मुद्दे नूं, पंजाबी बोलदे इलाके
ਜੋ ਹਰਿਆਣੇ ਤੇ ਹਿਮਾਚਲ ਨੂੰ ਦਿੱਤੇ ਗਏ ਹਨ ਗੈਰ ਧੱਕੇ ਨਾਲ ਇੰਦਰਾ ਗਾਂਧੀ ਵੱਲੋਂ, ਉਹਨਾਂ ਸਾਰੀਆਂ ਮੰਗਾਂ ਨੂੰ ਉਹ ਸਿਮਰਨਜੀਤ ਸਿੰਘ ਮਾਨ ਹੀ ਪਾਰਲੀਮੈਂਟ ਵਿੱਚ ਉਠਾਉਣਗੇ ਅਤੇ ਪਾਰਲੀਮੈਂਟ ਵਿੱਚ ਉਹਨਾਂ ਦੀ ਗੂੰਜ ਸਾਰੀ ਦੁਨੀਆ 'ਚ ਗੂੰਜੇਗੀ ਅਤੇ ਸਿੱਖਾਂ ਦੇ ਹੱਕਾਂ ਦੀ ਜਿਹੜੀ ਉਹ ਲੜਾਈ ਜਿੰਨੀ ਵੀ ਲੜ ਸਕਣਗੇ, ਜਿੰਨੀ ਕਿ ਇਕੱਲਾ ਮੈਂਬਰ ਪਾਰਲੀਮੈਂਟ ਲੜ ਸਕਦਾ ਉਹ ਲੜਨਗੇ। ਅਤੇ ਉਹਨਾਂ ਵੱਲੋਂ ਜੋ ਮੁੱਦੇ ਉਠਾਏ ਜਾਣਗੇ ਉਸ 'ਤੇ ਸਾਰੇ ਸੰਸਾਰ ਦੇ ਸਿੱਖਾਂ ਦੀ ਔਰ ਸਾਰੇ ਮੁਲਕਾਂ ਦੇ ਸਿਆਸਤਦਾਨਾਂ ਦੀ ਉਸ ਉੱਪਰ ਨਜ਼ਰ ਰਹੇਗੀ, ਕਿਉਂਕਿ ਸਿੱਖ ਹੁਣ ਸਿਰਫ ਪੰਜਾਬ ਵਿੱਚ ਨਹੀਂ ਰਹਿੰਦੇ, ਉਹ ਦੁਨੀਆ ਦੇ ਕੋਈ ਵਿਰਲਾ ਹੀ ਮੁਲਕ ਹੋਏਗਾ ਜਿਨ੍ਹਾਂ ਵਿੱਚ ਉਹਨਾਂ ਦੀ ਆਬਾਦੀ ਨਹੀਂ। ਉਹ ਕੈਨੇਡਾ ਦੀ ਪਾਰਲੀਮੈਂਟ ਵਿੱਚ ਹਨ, ਉਹ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਹਨ, ਉਹ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਹਨ ਅਤੇ ਬਾਕੀ ਮੁਲਕਾਂ ਵਿੱਚ ਵੀ ਉਹਨਾਂ ਦੀ ਬੜੀ ਵੱਡੀ ਗਿਣਤੀ ਹੈ ਔਰ ਉਹ ਉੱਥੇ ਉਹਨਾਂ ਮੁਲਕਾਂ ਵਿੱਚ ਬੜੇ ਸਤਿਕਾਰ ਨਾਲ, ਸਨਮਾਨ ਨਾਲ ਰਹਿ ਰਹੇ ਹਨ। ਅੱਜ ਦੀ ਇਸ ਚਰਚਾ ਨੂੰ ਮੈਂ ਇੱਥੇ ਹੀ ਖ਼ਤਮ ਕਰਦਾ ਹਾਂ। ਧੰਨਵਾਦ।